ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਕੀ ਹਾਲ ਚਾਲ ਹੈ ਤੁਹਾਡਾ? ਸਾਰਿਆਂ ਦਾ ਉਮੀਦ ਕਰਦੇ ਹਾਂ ਕਿ ਤੁਹਾਡਾ ਸਾਰਿਆਂ ਦਾ ਹਾਲ ਚਾਲ ਬਹੁਤ ਵਧੀਆ ਹੋਊਗਾ ਜੀ। ਇਟਲੀ ਦੀ ਜੇ ਅਸੀਂ ਗੱਲ ਕਰੀਏ ਸਿਚੁਏਸ਼ਨ ਦੀ, ਤਾਂ 753 ਬੰਦੇ ਜਿਹੜੇ 753 ਨਵੇਂ ਕੇਸ ਹਨ ਅੱਜ ਇਟਲੀ ਦੇ ਵਿੱਚ। 56 ਬੰਦਿਆਂ ਦੀ ਹੋਈ ਮੌਤ। 2769 ਬੰਦਾ ਅੱਜ ਇਟਲੀ ਦੇ ਵਿੱਚ ਠੀਕ ਹੋਇਆ। ਜੇ ਗੱਲ ਪੋਜ਼ੀਟਿਵ ਮਰੀਜ਼ਾਂ ਦੀ ਕਰੀਏ ਤਾਂ ਅੱਜ ਇਟਲੀ ਦੇ ਵਿੱਚ 60,235 ਅੱਜ ਵੀ ਪੋਜ਼ੀਟਿਵ ਮਰੀਜ਼ ਆ। ਕੱਲ੍ਹ ਦੇ ਨਾਲੋਂ ਕਹਿਣ ਦਾ ਮਤਲਬ ਕਿ 2074 ਮਰੀਜ਼ ਘੱਟ ਗਏ ਆ। ਕੱਲ੍ਹ 6310 ਇਟਲੀ ਦੇ ਵਿੱਚ ਪੋਜ਼ੀਟਿਵ ਮਰੀਜ਼ ਸਨ। ਇਸ ਤੋਂ ਬਾਅਦ ਚੱਲਦੇ ਆ ਜੀ ਹੁਣ ਸਵੇਰ ਤੋਂ ਲੈ ਕੇ ਹੁਣ ਤੱਕ ਜਿਹੜੀਆਂ ਚਰਚਾ ਦੇ ਵਿੱਚ ਰਹੀਆਂ ਨੇ ਖਬਰਾਂ ਕਿਹੜੀਆਂ ਸੀ। ਖਾਸ ਖਬਰਾਂ, ਸਭ ਤੋਂ ਪਹਿਲੀ ਜਿਹੜੀ ਖਬਰ ਇਸ ਟਾਈਮ ਚੱਲ ਰਹੀ ਹੈ ਜੀ ਉਹ ਹੈ ਕਿ ਸਰਦੇਨੀਆ ਦੇ ਵਿੱਚ ਇੱਕ ਹਾਦਸਾ ਹੋਇਆ। ਸਰਦੇਨੀਆ ਦੇ ਸਮੁੰਦਰ ਦੇ ਉੱਤੇ ਇੱਕ ਹਾਦਸਾ ਹੋਇਆ। ਇੱਕ ਕੁੜੀ ਸਮੁੰਦਰ ਦੇ ਵਿੱਚ ਡੁੱਬਣ ਵਾਲੀ ਸੀਗੀ। ਇੱਕ ਕੁੜੀ ਨੂੰ ਬਚਾਉਣ ਦੇ ਲਈ ਉਹਦਾ ਡੈਡੀ ਗਿਆ, ਉਹਦੀ ਉਹਨੇ ਕੁੜੀ ਨੂੰ ਬਚਾਇਆ ਅਤੇ ਨਾਲ ਹੋਰ 2 ਕੁੜੀਆਂ ਸੀ ਉਹਨਾਂ ਨੂੰ ਬਚਾਇਆ। ਪਰ ਉਸ ਤੋਂ ਬਾਅਦ ਜਿਸ ਟਾਈਮ ਉਹ ਬਾਹਰ ਆਇਆ ਅਤੇ ਉਹਨੂੰ ਦਿਲ ਦਾ ਅਟੈਕ ਆਇਆ। 60 ਸਾਲ ਇਸ ਦੀ ਉਮਰ ਦੱਸੀ ਜਾ ਰਹੀ ਹੈ। ਫਰਨਾਂਡੋ ਪੋਰਕੂ ਨਾਂ ਸੀ। ਦਿਲ ਦੇ ਅਟੈਕ ਹੋਣ ਦੇ ਨਾਲ ਫਿਰ ਉਸ ਦੀ ਮੌਤ ਹੋ ਗਈ। ਜੇ ਕਹਿਣ ਦਾ ਮਤਲਬ ਕਿ 2 ਨੂੰ ਬਚਾ ਕੇ ਆਪ ਐਂਡ 'ਤੇ ਉਹ ਪੂਰਾ ਹੋ ਗਿਆ ਜੀ। ਇੰਗਲੈਂਡ ਦੇ ਜਿਹੜੇ ਮਿਨਿਸਟਰ ਆ, ਹੈਲਥ ਮਿਨਿਸਟਰ ਆ, ਜਿਨ੍ਹਾਂ ਦਾ ਨਾਮ ਮਤ ਹੈਂਕੌਕ ਆ ਜੀ, ਉਹਨਾਂ ਦੀਆਂ ਨਵੀਆਂ ਕੁਛ ਫੋਟੋਆਂ ਸਾਹਮਣੇ ਆਈਆਂ ਨੇ, ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਨੇ, ਜੋ ਕਿ ਉਹਨਾਂ ਦੀਆਂ ਪ੍ਰੇਮਿਕਾ ਦੀਆਂ ਫੋਟੋਆਂ ਦੱਸੀਆਂ ਜਾ ਰਹੀਆਂ ਨੇ ਕਿ ਵਾਇਰਲ ਕੀਤੀਆਂ ਗਈਆਂ ਨੇ। ਅਤੇ ਇਹਦੇ ਨਾਲ ਜਿਹੜਾ ਉੱਥੇ ਸਾਰੇ ਲੋਕਾਂ ਦੇ ਵਿੱਚ ਕਾਫੀ ਸਨਸਨੀ ਮਚ ਗਈ ਹੈ ਜੀ, ਕਿਉਂਕਿ ਦੱਸਿਆ ਜਾ ਰਿਹਾ ਕਿ ਜਿਹੜੇ ਮਤ ਹੈਂਕੌਕ ਆ ਜੀ, ਉਹਨਾਂ ਦਾ ਇੱਕ ਸੀਕਰੇਟ ਅਫੇਅਰ ਚੱਲ ਰਿਹਾ ਸੀ ਜੋ ਕਿ ਹੁਣ ਦੁਨੀਆ ਦੇ ਸਾਹਮਣੇ ਆ ਚੁੱਕਾ ਹੈ ਜੀ। ਸਰਕਾਰ ਦੇ ਕੋਲੋਂ ਮੰਗ ਕੀਤੀ ਜਾ ਰਹੀ ਹੈ ਕਿ ਇਟਲੀ ਦੇ ਵਿੱਚ ਜਿਹੜਾ ਬਲੋਕੋ ਲਿਚੈਂਸੀਆਮੈਂਟੋ ਆ, ਜਿਹੜੇ ਕਰਤੈਲੇ ਇਜ਼ਤਰੀਆਲੀ ਆ, ਇਹਨਾਂ ਨੂੰ ਹੋਰ ਵਧਾ ਦਿੱਤਾ ਜਾਵੇ ਜੀ। ਜੁਲਾਈ ਦੇ ਵਿੱਚ ਮੰਗ ਕੀਤੀ ਜਾਊਗੀ ਕਿ ਜਿਹੜੀਆਂ ਲੋਕਾਂ ਨੂੰ ਕੰਮ ਤੋਂ ਕੱਢਣ ਦੀ ਜਿਹੜੀ ਰੋਕ ਸਰਕਾਰ ਨੇ ਲਾਈ ਹੈ, ਮਤਲਬ ਕਿ ਕੋਈ ਕੰਮ 'ਤੇ ਰੱਖਿਆ ਹੈ ਕਿਸੇ ਨੂੰ ਤਾਂ ਉਹਨੂੰ ਕੱਢ ਨਹੀਂ ਸਕਦਾ, ਭਾਵੇਂ ਉਹ ਮਹੀਨੇ ਦਾ ਕੰਟਰੈਕਟ ਹੋਵੇ, ਸਾਲ ਦਾ ਹੋਵੇ, 6 ਦਾ ਹੋਵੇ ਜਾਂ ਫਿਕਸ ਕੰਟਰੈਕਟ ਹੋਵੇ, ਤਾਂ ਉਹਨਾਂ ਨੂੰ ਮਾਲਕ ਕੱਢ ਨਹੀਂ ਸਕਦੇ। ਅਤੇ ਇਹਦਾ 1 ਜੁਲਾਈ ਤੱਕ ਇਹਦਾ ਜਿਹੜਾ ਲਾਸਟ ਡੇਟ ਸੀਗੀ। ਹੁਣ ਇਹਨੂੰ ਦੁਬਾਰਾ ਇੱਕ ਵਾਰ ਫਿਰ ਰੋਕਣ ਦੇ ਲਈ ਸਰਕਾਰ ਦੇ ਕੋਲ ਮੰਗ ਕੀਤੀ ਜਾ ਰਹੀ ਹੈ ਜੀ। ਅਤੇ ਅਸੇਨਿਓ ਫੈਮਿਲਿਆਰੇ ਜਿਹੜੀ ਅਸੇਨਿਓ ਊਨੀਕੋ ਜਿਹੜੀ ਫੀਲੀ ਵਾਲੀ ਆ, ਇਹਦਾ ਜਿਹੜਾ ਦਮਾਂਦਾ 1 ਜੁਲਾਈ ਤੋਂ ਤੁਸੀਂ ਕਰ ਸਕਦੇ ਹੋ। ਅਤੇ ਸਿੰਪਲੀਫਿਕਾਤਾ ਦੱਸਿਆ ਜਾ ਰਿਹਾ ਇੰਪਸ ਦੀ ਵੈਬਸਾਈਟ ਉੱਤੇ ਜਾ ਕੇ ਕਰ ਸਕਦੇ। ਪਰ ਜੇਕਰ ਤੁਸੀਂ ਕੁਛ ਗਲਤ ਨਹੀਂ ਕਰਨਾ ਚਾਹੁੰਦੇ ਤਾਂ ਆਪਣਾ ਜਿਹੜਾ ਕਾਫ ਪਾਤਰੋਨਾਤੋ ਆ ਉਹਨਾਂ ਦੇ ਨਾਲ ਕੰਟੈਕਟ ਕਰੋ। ਹਰ ਮਹੀਨੇ ਤਕਰੀਬਨ ਤੁਹਾਨੂੰ ਜਿਹਦੇ ਨਾਲ ਪੈਸੇ ਆ ਜਾਣੇ ਆ ਬੱਚਿਆਂ ਦੇ ਹਿਸਾਬ ਨਾਲ। ਬੱਚਿਆਂ ਦੀ ਉਮਰ ਕਿੰਨੀ ਆ, ਅਤੇ ਇਸ ਟਾਈਮ ਜਿਹੜੇ ਬੱਚਿਆਂ ਦੇ ਪੈਸੇ ਮਿਲਣੇ ਆ ਜਿਨ੍ਹਾਂ ਦੀ ਉਮਰ 18 ਸਾਲ ਤੋਂ ਘੱਟ ਆ, ਉਹਨਾਂ ਦੇ ਹੀ ਪੈਸੇ ਮਿਲਣੇ ਆ। ਅਗਲੇ ਸਾਲ ਜਿਹੜੇ ਪੈਸੇ ਮਿਲਣਗੇ 21 ਸਾਲ ਤੱਕ ਜਿਹੜੇ ਬੱਚੇ, ਉਹਨਾਂ ਦੇ ਪੈਸੇ ਮਿਲਣੇ ਆ। ਅਤੇ ਜੇਕਰ ਘਰ ਦੇ ਵਿੱਚ ਕੋਈ ਹੈਂਡੀਕੈਪਡ ਬੱਚਾ ਹੋਵੇ ਤਾਂ ਫਿਰ ਜਿਹੜੇ ਪੈਸੇ ਥੋੜ੍ਹੇ ਜ਼ਿਆਦਾ ਮਿਲਣੇ ਆ। ਪਰ ਵਾਹਿਗੁਰੂ ਅੱਗੇ ਅਰਦਾਸ ਇਹੀ ਕਰਦੇ ਆ ਕਿ ਕਿਸੇ ਦੇ ਘਰ ਜਿਹੜਾ ਹੈਂਡੀਕੈਪਡ ਬੱਚਾ ਨਾ ਹੋਵੇ ਜੀ। 24 ਜੂਨ ਨੂੰ ਲੋਤਰੀਆ ਦੈਲੇ ਸਕੁੰਤਰੀਨੀਆ ਜਿਹੜੇ ਉਹਦੇ ਨਵੇਂ ਕੋਡ ਸਾਹਮਣੇ ਆ ਗਿਆ ਜੀ। 24 ਜੂਨ ਨੂੰ ਜਿਹੜੀਆਂ ਜਿੱਤਣ ਵਾਲੇ ਨੇ 10 ਲੱਕੀ ਵਿਨਰ ਨੇ, ਉਹਨਾਂ ਦੀ ਫੋਟੋ ਆ ਜੋ ਤੁਹਾਡੀ ਸਕਰੀਨ ਦੇ ਉੱਤੇ ਹੁਣ ਇਸ ਟਾਈਮ ਤੁਹਾਨੂੰ ਸ਼ੋਅ ਹੁੰਦੀ ਹੋਵੇਗੀ, ਅਤੇ ਉਹ ਤੁਹਾਨੂੰ ਸਕਰੀਨ ਦੇ ਉੱਤੇ ਸ਼ੋਅ, ਅਤੇ ਇਹ ਜੋ ਫੋਟੋ ਤੁਸੀਂ ਚੈੱਕ ਕਰ ਸਕਦੇ ਹੋ। ਕੁਛ ਟਾਈਮ ਦੇ ਲਈ ਅਸੀਂ ਇਹਨੂੰ ਸਕਰੀਨ ਦੇ ਉੱਤੇ ਹੀ ਰੱਖਣਾ ਜੀ। ਉਸ ਤੋਂ ਬਾਅਦ ਅਗਲਾ ਅਪਡੇਟ ਆ ਰਿਹਾ ਜੀ। ਕੋਮੋ ਤੋਂ ਲਾਗੋ ਦੀ ਕੋਮੋ 'ਤੇ ਇੱਕ ਬੰਦੇ ਦੀ ਮੌਤ ਹੋ ਗਈ ਆ ਅਤੇ 2 ਜਿਹੜੇ ਆ ਜ਼ਖਮੀ ਹੋ ਗਏ ਨੇ। ਹੋਇਆ ਕੀ ਆ, ਜਿਹੜੀ ਮੌਤੋਸ ਕਾਫੀ ਹੁੰਦੀ ਹੈ, ਜਿਹੜੀਆਂ ਕਿਸ਼ਤੀਆਂ ਹੁੰਦੀਆਂ ਸਮੁੰਦਰ ਦੇ ਵਿੱਚ ਚੱਲਣ ਵਾਲੀਆਂ, ਪਾਣੀ ਵਿੱਚ ਚੱਲਣ ਵਾਲੀਆਂ ਜਿਹੜੀਆਂ ਕਿਸ਼ਤੀਆਂ, 2 ਕਿਸ਼ਤੀਆਂ ਦੀ ਆਪਸ ਦੇ ਵਿੱਚ ਟੱਕਰ ਹੋਈ, ਜਿਨ੍ਹਾਂ ਦੇ ਕਾਰਨ ਇੱਕ ਦੀ ਮੌਤ ਅਤੇ 2 ਫੱਟੜ ਹੋ ਗਏ ਨੇ ਜੀ। ਵੱਧਦੇ ਹਾਂ ਅਗਲੇ ਅਪਡੇਟ ਵੱਲ। ਅਗਲਾ ਜੋ ਆਪਣਾ ਅਪਡੇਟ ਆ ਰਿਹਾ ਜੀ ਉਹ ਆ ਰਿਹਾ ਜੀ ਇੱਕ ਆਸ ਦੀ ਕਿਰਨ। ਅਸੀਂ ਕਹਿ ਸਕਦੇ ਹਾਂ ਕਿ ਇੱਕ ਕਿਰਨ ਇੰਡੀਆ ਤੋਂ ਜਿਹੜੇ ਵਿੱਚ ਫਸੇ ਹੋਏ ਨੇ। ਉਹ ਕਿਸ ਹਿਸਾਬ ਦੇ ਨਾਲ, ਕਿਉਂਕਿ ਹੁਣ ਤਕਰੀਬਨ ਦੁਨੀਆ ਦੇ ਵਿੱਚ 10 ਐਸੀਆਂ ਕੰਟਰੀਆਂ ਨੇ ਜਿਨ੍ਹਾਂ ਨੇ ਇੱਕ ਵਾਰ ਫਿਰ ਇੰਡੀਆ ਨੂੰ ਐਂਟਰੀ ਓਪਨ ਕਰ ਦਿੱਤੀ ਹੈ। ਕਿਹੜੀਆਂ ਕੰਟਰੀਆਂ ਨੇ ਜਿਨ੍ਹਾਂ ਨੇ ਓਪਨ ਕਰ ਦਿੱਤੀ ਹੈ? ਰਸ਼ੀਆ ਨੇ ਵੀ ਆਪਣੀ ਜਿਹੜੀ ਕਰ ਦਿੱਤੀ ਆ। ਪਰ ਇਹ ਵੀ ਕੀ ਕਹਿ ਰਹੇ ਨੇ, ਰਸ਼ੀਆ ਵਾਲੇ ਕਹਿ ਰਹੇ ਨੇ ਕਿ 72 ਘੰਟੇ ਪਹਿਲਾਂ ਦਾ ਟੈਸਟ ਹੋਣਾ ਚਾਹੀਦਾ। RT-PCR ਟੈਸਟ ਔਰ ਨੈਗੇਟਿਵ ਟੈਸਟ ਦੀ ਰਿਪੋਰਟ ਚਾਹੀਦੀ ਹੈ। ਰਸ਼ੀਆ ਤੋਂ ਬਾਅਦ ਤੁਰਕੀ ਹੈ, ਜਿਹੜੀ ਤੁਰਕੀ ਦਾ ਵੀ ਸੇਮ ਉਹੀ ਪ੍ਰੋਸੀਜਰ ਆ। ਉਸ ਤੋਂ ਬਾਅਦ ਆਈਸਲੈਂਡ, ਜਿਹਨੂੰ ਅਸੀਂ ਇਜ਼ਲਾਂਦਾ ਵੀ ਕਹਿੰਦੇ, ਆਈਸਲੈਂਡ ਵੀ ਕਹਿ ਰਿਹਾ ਕਿ ਜੇਕਰ ਤੁਸੀਂ ਇੰਡੀਆ ਤੋਂ ਆ ਰਹੇ ਹੋ ਤਾਂ ਤੁਹਾਨੂੰ ਆਉਣ ਦੀ ਖੁੱਲ੍ਹੀ ਛੋਟ ਆ। ਸਿਰਫ ਤੁਹਾਡੇ ਕੋਲ ਕੀ ਹੋਣਾ ਚਾਹੀਦਾ, 72 ਜਾਂ ਫਿਰ 48 ਘੰਟੇ ਪਹਿਲਾਂ ਦਾ ਕੋਵਿਡ ਨੈਗੇਟਿਵ ਟੈਸਟ ਹੋਣਾ ਚਾਹੀਦਾ। ਅਤੇ ਇਸ ਤੋਂ ਬਾਅਦ ਆਈਸਲੈਂਡ ਵਾਲੇ ਜਿਹੜੀ ਆਪਣੀ ਕੋਵਿਸ਼ੀਲਡ ਵਾਲੀ ਆ ਵੈਕਸੀਨ ਆ, ਉਹਨੂੰ ਵੀ ਐਕਸੈਪਟ ਕਰ ਰਹੇ ਨੇ। ਅਤੇ ਆਈਸਲੈਂਡ ਇੱਕ ਵਾਰ ਹੋਰ ਤੁਹਾਨੂੰ ਅਸੀਂ ਦੱਸ ਦਈਏ ਕਿ ਯੂਰਪ ਦਾ ਦੇਸ਼ ਆ, ਅਤੇ ਯੂਰਪ ਦਾ ਦੇਸ਼ ਹੋਣ ਦੇ ਨਾਲ ਤੁਹਾਨੂੰ ਇੱਕ ਇਹ ਵੀ ਗੱਲ ਦੱਸੀ ਜਾ ਰਹੀ ਹੈ ਕਿ ਜੇਕਰ ਯੂਰਪ ਦਾ ਇੱਕ ਦੇਸ਼ ਕੋਵਿਸ਼ੀਲਡ ਨੂੰ ਮੰਨ ਰਿਹਾ ਤਾਂ ਜੋ ਇੰਡੀਆ ਦੇ ਵਿੱਚ ਹੋਰ ਕੋਈ ਨਹੀਂ। ਆਸਟਰਾਜ਼ੇਨੇਕਾ ਇਟਲੀ ਦੇ ਵਿੱਚ ਵੀ ਇਹਨੂੰ ਫਿਰ ਮਾਨਤਾ ਪ੍ਰਾਪਤ ਕਰ ਦਿੱਤੀ ਜਾਣੀ ਆ। ਉਸ ਤੋਂ ਬਾਅਦ ਸਰਬੀਆ ਵੀ ਕਹਿ ਰਿਹਾ ਕਿ ਤੁਸੀਂ 72 ਘੰਟੇ ਜਿਹੜਾ ਪੁਰਾਣਾ ਟੈਸਟ ਲੈ ਕੇ ਆ ਸਕਦੇ ਹੋ। ਤਕਰੀਬਨ ਹਰ ਇੱਕ ਪਾਸੇ
ਲਾਸਟਲੇ 48 ਤੋਂ 72 ਘੰਟਿਆਂ ਦਾ ਮੈਕਸਿਮਮ ਜਿਹੜਾ ਤੁਸੀਂ ਟੈਸਟ ਕਰਵਾ ਕੇ ਨੈਗੇਟਿਵ ਟੈਸਟ ਕੋਵਿਡ ਦਾ ਜਾ ਸਕਦੇ ਹੋ। ਇੱਕ ਵਾਰ ਫਿਰ ਦੱਸ ਦਿੰਦੇ ਹਾਂ ਜੀ, ਰਸ਼ੀਆ, ਤੁਰਕੀ, ਆਈਸਲੈਂਡ, ਸਰਬੀਆ, ਇਜਿਪਟ, ਉਜ਼ਬੇਕਿਸਤਾਨ, ਅਫਗਾਨਿਸਤਾਨ, ਸਾਊਥ ਅਫਰੀਕਾ ਅਤੇ ਜਿਹੜਾ ਕੋਸਟਾਰੀਕਾ, ਇਹਨਾਂ ਨੇ ਜਿਹੜੇ ਆਪਣੇ ਦਰਵਾਜ਼ੇ ਆ ਇੰਡੀਅਨ ਬੰਦਿਆਂ ਦੇ ਲਈ ਖੋਲ੍ਹ ਦਿੱਤੇ ਆ, ਜਿਹੜੀਆਂ ਫਲਾਈਟਾਂ ਇੰਡੀਆ ਤੋਂ ਆ ਰਹੀਆਂ ਨੇ। ਕਹਿਣ ਦਾ ਮਤਲਬ ਇੱਕ ਸ਼ੁਭ ਸੰਕੇਤ ਆ, ਇੱਕ ਚੰਗਾ ਸੰਕੇਤ ਆ ਜੀ ਇਹ ਦਿਸ਼ਾ ਦੇ ਵੱਲ ਨੂੰ, ਕਿ ਆਉਣ ਵਾਲੇ ਜਿਹੜੇ ਫਲਾਈਟਾਂ ਦੀ ਜਿਹੜੀ ਰੋਕ ਪਾਬੰਦੀ ਲੱਗੀ ਆ ਬਹੁਤ ਹੀ ਜਲਦ ਇਹ ਖਤਮ ਹੋਣ ਨੂੰ ਦਿਸ ਰਹੀ ਹੈ ਜੀ। ਰੋਮਾਂ ਦੇ ਵਿੱਚ ਇੱਕ ਹੋਰ ਨਵਾਂ ਹੀ ਪੰਗਾ ਪੈ ਗਿਆ। ਪੰਗਾ ਕਿਉਂ ਪਿਆ ਜੀ? ਇੱਕ ਕੰਕੋਰਸ ਹੋ ਰਹੀ ਸੀ। ਕੰਕੋਰਸੋ ਕਿਆ ਹੁੰਦੀ ਹੈ? ਕੰਕੋਰਸੋ ਹੁੰਦੀ ਹੈ ਜੀ ਇੱਕ ਐਗਜ਼ਾਮੀਨੇਸ਼ਨ ਹਾਲ ਸੀ, ਜਿਹਦੇ ਵਿੱਚ ਕਾਫੀ ਬੰਦੇ ਰਲ ਕੇ ਐਗਜ਼ਾਮ ਦਿੰਦੇ ਆ। ਸਰਕਾਰੀ ਨੌਕਰੀਆਂ ਦੇ ਇਹ ਪੇਪਰ ਸੀਗੇ, ਅਤੇ ਜਿਹੜਾ ਵੀ ਪਾਸ ਹੋ ਜਾਂਦਾ ਇਹ ਫਿਰ ਸਰਕਾਰੀ ਜਿਹੜਾ ਕਮੂਨੇ ਦੇ ਵਿੱਚ ਕੰਮ ਲੱਗਣਾ ਸੀ। ਹੁਣ ਗੱਲ ਇਹ ਹੋਈ ਕਿ ਉਸ ਪੇਪਰ ਦੇ ਵਿੱਚ ਇੱਕ ਸਵਾਲ ਸੀ ਜਿਹਦੇ ਵਿੱਚ 2 ਜਵਾਬ ਸੇਮ ਸੀ। ਇਹਨਾਂ ਨੇ ਸਿਰਫ 4 ਜਵਾਬਾਂ ਦੇ ਵਿੱਚੋਂ ਇੱਕ ਸਵਾਲ ਕਰਨਾ ਸੀ ਕਿ ਸਹੀ ਕਿਹੜਾ, ਪਰ ਉਹਦੇ ਵਿੱਚੋਂ 2 ਸਵਾਲ ਸੇਮ ਹੀ, ਜਿਹੜੇ ਜਵਾਬ ਸੇਮ ਹੀ ਨਿਕਲੇ ਆ, ਜਿਸ ਕਾਰਨ ਇਹ ਸਾਰੀ ਦੀ ਸਾਰੀ ਜਿਹੜੀ ਆ ਐਗਜ਼ਾਮ ਨੂੰ ਰੱਦ ਕਰਨਾ ਪਿਆ, ਪ੍ਰੀਖਿਆ ਦੁਬਾਰਾ ਕਰਵਾਉਣੀ ਪਈ ਆ। ਅਤੇ ਕਈ ਲੋਕ ਰੋਮਾਂ ਤੋਂ ਬਾਹਰ ਆਏ ਸੀ, ਹੁਣ ਬਹੁਤ ਹੀ ਜ਼ਿਆਦਾ ਗੁੱਸੇ ਨੇ, ਕਹਿ ਰਹੇ ਨੇ ਕਿ ਇਸ ਤਰ੍ਹਾਂ ਕਰਨਾ ਬਹੁਤ ਹੀ ਗਲਤ ਹੈ ਜੀ। ਉਸ ਤੋਂ ਬਾਅਦ ਅਗਲਾ ਅਪਡੇਟ ਆ ਰਿਹਾ ਜੀ ਆਪਣਾ ਪੀਅਰ ਪਾਓਲੋ ਸਿਲੇਰੀ ਜੀ ਦਾ। ਉਹ ਕਹਿ ਰਹੇ ਨੇ ਕਿ ਆਪਾਂ ਨੂੰ ਬਹੁਤ ਹੀ ਜ਼ਿਆਦਾ ਧਿਆਨ ਰੱਖਣ ਦੀ ਲੋੜ ਆ ਜੀ। ਅਤੇ ਰੋਬਰਟੋ ਸਪਰਾਂਸਾ ਜੀ ਨੇ ਇੱਕ ਨਵੇਂ ਫਰਮਾਨ ਉੱਤੇ ਸਾਈਨ ਕਰ ਦਿੱਤੇ ਆ ਜੀ। ਨਵਾਂ ਆਰਡੀਨੈਂਸ ਪਾਸ ਹੋ ਗਿਆ ਜੀ। ਦਿਨ ਸੋਮਵਾਰ ਤੋਂ ਪੂਰੇ ਦਾ ਪੂਰਾ ਇਟਲੀ ਵਾਈਟ ਜ਼ੋਨ ਹੋ ਚੁੱਕਾ, ਪਰ ਕਹਿ ਰਹੇ ਨੇ ਕਿ ਵਾਈਟ ਜ਼ੋਨ ਹੋਣ ਦੇ ਨਾਲ ਨਾਲ ਫਿਰ ਵੀ ਪੂਰੇ ਇਟਲੀ ਨੂੰ ਬਹੁਤ ਹੀ ਜ਼ਿਆਦਾ ਖਿਆਲ ਰੱਖਣ ਦੀ ਲੋੜ ਹੈ। ਇਟਲੀ ਦੇ ਵਿੱਚ 4,85,21,442 ਬੰਦਿਆਂ ਨੂੰ ਹੁਣ ਤੱਕ ਜਿਹੜਾ ਵੈਕਸੀਨ ਦਾ ਪਹਿਲਾ ਡੋਜ਼ ਲੱਗ ਚੁੱਕਾ ਹੈ ਜੀ। ਵੈਕਸੀਨ ਦੇ ਜਿਹੜੇ ਡੋਜ਼ ਆ ਕਾਫੀ ਹੱਦ ਤੱਕ ਲੱਗ ਰਹੇ ਨੇ ਜੀ। ਉਧਰ ਜਿੱਧਰ ਹੀ ਇੱਕ ਪਾਸੇ ਆਪਣੇ ਇਟਲੀ ਦੇ ਪੂਰੇ ਇਟਲੀ ਦੇ ਵਿੱਚ 28 ਜੂਨ ਤੋਂ ਗੱਲ ਕੀਤੀ ਜਾ ਰਹੀ ਹੈ ਕਿ ਮਾਸਕ ਜਿਹੜਾ ਲਾਉਣ ਦਾ ਪਬਲਿਕ ਦੇ ਵਿੱਚ ਲਾ ਨਹੀਂ ਆਪਾਂ ਪਬਲਿਕ ਓਪਨ ਸਪੇਸਾਂ ਦੇ ਵਿੱਚ ਲਾ ਸਕਦੇ ਹਾਂ। ਕੰਪਨੀਆਂ ਦੇ ਜਿਹੜੇ ਵਿੰਚੈਂਸੋ ਦੇ ਲੋਕ ਆ ਉਹ ਆਪਣਾ ਨਵਾਂ ਫਰਮਾਨ ਜਾਰੀ ਕਰ ਰਹੇ ਨੇ। ਉਹ ਕਹਿ ਰਹੇ ਨੇ ਕਿ ਅਸੀਂ ਜਿਹੜਾ ਕੰਪਨੀਆਂ ਦੇ ਵਿੱਚ ਆ ਜੁਲਾਈ ਤੋਂ ਪਹਿਲਾਂ, ਜਿਹੜਾ ਘੱਟ ਤੋਂ ਘੱਟ 31 ਜੁਲਾਈ ਤੋਂ ਪਹਿਲਾਂ ਮਾਸਕ ਨੂੰ ਲਾਉਣ ਨਹੀਂ ਦੇਣਾ ਜੀ। ਅਤੇ ਇਟਲੀ ਦੇ ਵਿੱਚ ਡੈਲਟਾ ਵਾਰੀਅੰਟ ਆਪਣਾ ਜਿਹੜਾ ਖਤਰਾ ਲਗਾਤਾਰ ਬਰਕਰਾਰ ਕਰ ਰਿਹਾ ਜੀ। ਮਈ ਮਹੀਨੇ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ 4.2% ਤੱਕ ਸੀ, ਅਤੇ ਜੂਨ ਦੇ ਵਿੱਚ ਇਹ 16% ਤੱਕ ਪਹੁੰਚ ਗਿਆ। ਤਕਰੀਬਨ 4 ਗੁਣਾ ਜ਼ਿਆਦਾ ਇਸ ਨੇ ਇੱਕ ਮਹੀਨੇ ਦੇ ਵਿੱਚ ਆਪਣੇ ਆਪ ਨੂੰ ਵਧਾ ਲਿਆ। ਅਤੇ ਉਸ ਤੋਂ ਬਾਅਦ ਇਹ ਡੈਲਟਾ ਤੋਂ ਜੇਕਰ ਡੈਲਟਾ 16.8% ਆ, ਉੱਧਰ ਹੀ ਜਿਹੜਾ ਆਲਫਾ ਵਾਰੀਅੰਟ ਆ 74.92% ਦੱਸਿਆ ਜਾ ਰਿਹਾ ਜੀ। ਕਹਿਣ ਦਾ ਮਤਲਬ ਇਸ ਹਿਸਾਬ ਦੇ ਨਾਲ ਇਹਨਾਂ ਦੀ ਜੇਕਰ ਗਤੀ ਵੱਧਦੀ ਗਈ, ਸਪੀਡ ਵੱਧਦੀ ਰਹੀ, ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਸਾਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜੀ। ਉੱਧਰ ਹੀ ਪੂਰੀ ਦੁਨੀਆ ਦੀ ਜੇਕਰ ਅਸੀਂ ਗੱਲ ਕਰੀਏ ਤਾਂ 180 ਮਿਲੀਅਨ ਤੋਂ ਉੱਤੇ ਟੱਪ ਗਏ ਨੇ ਕੇਸ। ਅਤੇ ਸਭ ਤੋਂ ਜ਼ਿਆਦਾ ਜੇਕਰ ਅਸੀਂ ਕੇਸਾਂ ਦੀ ਗੱਲ ਕਰੀਏ, ਅਮਰੀਕਾ, ਇੰਡੀਆ, ਬ੍ਰਾਜ਼ੀਲ ਦੇ ਵਿੱਚ ਜਿਹੜੇ ਸਭ ਤੋਂ ਵੱਧ ਕੇਸ ਰਜਿਸਟਰ ਹੋਏ ਨੇ। ਅਤੇ ਰਸ਼ੀਆ ਦੇ ਵਿੱਚ ਲਾਸਟਲੇ 24 ਘੰਟਿਆਂ ਦੇ ਵਿੱਚ ਇੱਕ ਵਾਰ ਫਿਰ ਦੱਸਿਆ ਜਾ ਰਿਹਾ ਕਿ 601 ਬੰਦੇ ਦੀ ਮੌਤ ਹੋਈ ਹੈ। ਪਰਸੋਂ ਜਿਹੜੀ 568 ਬੰਦਿਆਂ ਦੀ ਮੌਤ ਹੋਈ ਸੀ। ਰਸ਼ੀਆ ਦੇ ਵਿੱਚ ਜਿਹੜੀ ਲੋਕਾਂ ਦੀ ਮਰਨ ਦੀ ਜਿਹੜੀ ਗਿਣਤੀ ਆ ਲਗਾਤਾਰ ਵੱਧਦੀ ਜਾ ਰਹੀ ਹੈ, ਅਤੇ ਲੱਗ ਰਿਹਾ ਸੀ ਕਾਫੀ ਹੱਦ ਤੱਕ ਇਹਨਾਂ ਨੇ ਆਪਣਾ ਕਾਬੂ ਪਾ ਲਿਆ ਸੀ ਇਸ ਬਿਮਾਰੀ 'ਤੇ ਜੀ। ਅਗਲਾ ਅਪਡੇਟ ਆ ਰਿਹਾ ਜੀ। ਅਗਲਾ ਅਪਡੇਟ ਫਿਰੈਂਸੇ ਤੋਂ ਆ ਰਿਹਾ ਜੀ। ਫਿਰੈਂਸੇ ਦੇ ਵਿੱਚ ਇੱਕ ਬੱਸ ਦੇ ਵਿੱਚ ਇੱਕ ਆਦਮੀ ਨੂੰ ਇੱਕ ਸਫ਼ਰ ਕਰਦੇ ਯਾਤਰੀ ਨੂੰ ਕਿਹਾ ਕਿ ਬਈ ਤੂੰ ਮਾਸਕ ਨਹੀਂ ਪਾਇਆ, ਮਾਸਕ ਲਾ ਲਾ। ਬਸ ਇਹੀ ਕਹਿਣ ਦੀ ਦੇਰ ਸੀ ਕਿ ਉਸ ਬੰਦੇ ਨੇ ਚਾਕੂ ਦੇ ਨਾਲ ਉਸਦੇ ਸਿਰ 'ਤੇ ਵਾਰ ਕੀਤਾ, ਅਤੇ ਇੱਕ ਨਾਲ ਬੈਠੀ 65 ਸਾਲ ਦੀ ਜਿਹੜੀ ਬਜ਼ੁਰਗ ਔਰਤ ਸੀ, 63 ਸਾਲ ਦੀ ਬਜ਼ੁਰਗ ਔਰਤ ਸੀ, ਉਹਦੇ ਉੱਤੇ ਵੀ ਵਾਰ ਹੋਇਆ। ਪੁਲਿਸ ਵਾਲਿਆਂ ਨੇ ਹੁਣ ਉਹਨੂੰ ਫੜ ਲਿਆ, ਗ੍ਰਿਫਤਾਰ ਕਰ ਲਿਆ, ਅਤੇ ਜਿਹੜੇ ਦੋਏ ਜਿਨ੍ਹਾਂ ਦੇ ਉੱਤੇ ਵਾਰ ਹੋਇਆ ਜੀ ਉਹਨਾਂ ਨੂੰ ਹੌਸਪੀਟਲ ਦੇ ਵਿੱਚ ਐਡਮਿਟ ਕਰਾ ਦਿੱਤਾ ਗਿਆ ਜੀ। ਇੱਧਰ ਹੀ ਜੇਕਰ ਅਸੀਂ ਗੱਲ ਕਰੀਏ, ਜਿਹੜਾ ਬੱਚਾ ਮੁਜੈਲੋ ਦੇ ਵਿੱਚ 2 ਸਾਲ ਦਾ ਬੱਚਾ ਗਾਇਬ ਹੋਇਆ ਸੀਗਾ, 3 ਕਿਲੋਮੀਟਰ ਤੱਕ ਜਿਹੜਾ ਤੁਰਿਆ, ਉਹਦੇ ਉੱਤੇ ਹੁਣ ਵੀ ਇੱਕ ਸਵਾਲ ਪੈਦਾ ਹੋਇਆ ਕਿ 3 ਕਿਲੋਮੀਟਰ ਤੱਕ ਬੱਚਾ ਕਿਸ ਹਿਸਾਬ ਦੇ ਨਾਲ, ਉਹ ਵੀ ਜੰਗਲ ਵਾਲੇ ਏਰੀਏ ਦੇ ਵਿੱਚ, ਕਿਸ ਹਿਸਾਬ ਦੇ ਨਾਲ ਗਿਆ, ਅਤੇ ਪੈਰਾਂ ਦੇ ਵਿੱਚ ਕਿਉਂ ਉਹਦੇ ਬੂਟ ਪਾਏ ਸਨ, ਜਦ ਕਿ ਦੱਸਿਆ ਜਾ ਰਿਹਾ ਕਿ ਬੱਚਾ ਬੈੱਡ 'ਤੇ ਸੁੱਤਾ ਪਿਆ ਸੀ। ਇੱਕ ਹੋਰ ਅਪਡੇਟ ਆ ਰਿਹਾ ਜੀ। ਉਹ ਅਪਡੇਟ ਇਹ ਹੈ ਜੀ ਕਿ ਜਿਹੜੇ ਖੇਤਾਂ ਦੇ ਵਿੱਚ ਕੰਮ ਕਰਦੇ ਨੇ ਉਹਨਾਂ ਦੇ ਵਿੱਚ ਇੱਕ ਬਰਚਾਨ ਅਤੇ ਇੱਕ ਦਿਹਾੜੀਦਾਰ ਦੀ ਮੌਤ ਹੋ ਗਈ। ਉਮਰ 27 ਸਾਲ, ਦੇਸ਼ ਇਹਦਾ ਮਾਲੀ ਸੀਗਾ, ਮਾਲੀ ਦੇਸ਼ ਦਾ ਰਹਿਣ ਵਾਲਾ ਮੁੰਡਾ, 27 ਸਾਲ ਦਾ ਦੀ ਮੌਤ ਹੋ ਗਈ ਕਿਉਂਕਿ 40 ਡਿਗਰੀ ਦੇ ਵਿੱਚ ਕੰਮ ਕਰ ਰਹੇ ਸਨ। ਅਤੇ ਉੱਧਰ ਹੀ ਜੇ ਅਸੀਂ ਗੱਲ ਕਰੀਏ ਤਾਂ ਜਿਸ ਏਰੀਏ ਦੇ ਵਿੱਚ ਮੌਤ ਹੋਈ ਆ ਨਾਰਦੋ ਦੇ ਵਿੱਚ, ਉੱਥੇ ਦਾ ਜਿਹੜਾ ਸਰਪੰਚ ਆ ਪ੍ਰੋਵਿੰਚਾ ਲੇਚੇ ਦੇ ਵਿੱਚ ਪੈ ਰਿਹਾ, ਉਹਨੇ 12:30 ਤੋਂ ਲੈ ਕੇ 4 ਵਜੇ ਤੱਕ ਜਿਹੜੇ ਕੰਮ ਕਰਨ ਉੱਤੇ ਪਾਬੰਦੀ ਲਾਈ ਸੀ, ਕਿਉਂਕਿ ਦੁਪਹਿਰ ਨੂੰ ਬਹੁਤ ਹੀ ਜ਼ਿਆਦਾ
ਗਰਮੀ ਹੁੰਦੀ ਆ ਪੂਰੇ ਦੇ ਪੂਰੇ ਪੂਰੇ ਇਹ ਜਿਹੜਾ ਪੂਲੀਆ ਏਰੀਆ ਉਹਦੇ ਵਿੱਚ ਜੀ। ਅਤੇ ਇੱਧਰ ਪਰ ਜੇ ਅਸੀਂ ਪੂਲੀਆ ਏਰੀਆ ਦੀ ਗੱਲ ਕਰੀਏ ਤਾਂ ਉੱਧਰ ਹਦਵਾਣਿਆਂ ਦਾ ਕੰਮ ਬਹੁਤ ਹੀ ਜ਼ਿਆਦਾ ਚੱਲਦਾ, ਅਤੇ ਹੋਰ ਜਿਹੜੇ ਫਰੂਟ ਆਪਣਾ ਜਿਹੜਾ ਹੋਰ ਉਰਤਾਜੀ ਆ, ਜਿਹੜੇ ਹੋਰ ਆਪਣੇ ਸਲਾਦੇ ਦਾ ਜਿਹੜਾ ਸੈਲਡ ਦਾ ਕੰਮ ਬਹੁਤ ਹੀ ਜ਼ਿਆਦਾ ਚੱਲਦਾ, ਜਿਸ ਕਾਰਨ ਕਾਫੀ ਬੰਦਿਆਂ ਨੂੰ ਖੇਤਾਂ ਦੇ ਵਿੱਚ ਕੰਮ ਕਰਨਾ ਪੈਂਦਾ। ਅਤੇ ਹੁਣ ਉਸ ਜਿਸ ਮਾਲਕ ਦੇ ਇਹ ਕੰਮ ਕਰਦਾ ਬੰਦਾ ਘਰ ਆਉਂਦਾ ਵਾਪਸ ਮਰਿਆ, ਹੋ ਸਕਦਾ ਕਿ ਛਾਪੇ ਪੈਣਗੇ, ਅਤੇ ਸਰਕਾਰ ਕਹਿ ਰਹੀ ਹੈ ਕਿ ਕੰਮਾਂ 'ਤੇ ਕਰਨ ਵਾਲੇ ਜਿਹੜੇ ਕੰਮ ਕਰਨ ਜਾ ਰਹੇ ਨੇ ਉਹਨਾਂ 'ਤੇ ਹੁਣ ਜ਼ਿਆਦਾ ਛਾਪੇਮਾਰੀ ਕਰਨ ਦੀ ਲੋੜ ਹੈ ਜੀ। ਜੀ ਅਗਲੇ ਅਪਡੇਟ ਦੇ ਵੱਲ, ਅਗਲਾ ਅਪਡੇਟ ਆ ਰਿਹਾ ਜੀ ਆਪਣਾ ਇੱਕ ਬਹੁਤ ਵੱਡਾ ਘੁਟਾਲਾ ਹੋਇਆ ਜੀ। ਇਸ ਘੁਟਾਲੇ ਦੇ ਵਿੱਚ ਤਕਰੀਬਨ ਦੱਸਿਆ ਜਾ ਰਿਹਾ ਕਿ 9000 ਕਿਲੋ 9 ਟਨ ਆ ਜਿਹੜਾ ਖਾਣ ਪੀਣ ਵਾਲਾ ਜਿਹੜਾ ਸਮਾਨ ਆ ਜ਼ਬਤ ਕੀਤਾ ਗਿਆ, 8 ਬੰਦਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਹ ਜਿਹੜਾ ਐਲੀਮੈਂਟਰੀ ਜਿਨ੍ਹਾਂ ਨੂੰ ਫੜਿਆ ਗਿਆ ਜੀ, ਖਾਣ ਪੀਣ ਦੀਆਂ ਜਿਹੜੀਆਂ ਚੀਜ਼ਾਂ ਫੜੀਆਂ ਗਈਆਂ ਕੀ ਸਨ, ਇਹ ਸੀਗਾ ਜੀ ਮੋਜ਼ਰੇਲਾ। ਦੱਸਿਆ ਜਾ ਰਿਹਾ ਸੀ, ਕਹਿ ਕੇ ਵੰਡਿਆ ਜਾ ਰਿਹਾ ਸੀ, ਵੇਚਿਆ ਜਾ ਰਿਹਾ ਸੀ ਕਿ ਇਹ ਗਾਂ ਦਾ ਨਹੀਂ ਮੱਝ ਦੇ ਦੁੱਧ ਦਾ ਮੋਜ਼ਰੇਲਾ, ਅਤੇ ਜਿਸ ਕਾਰਨ ਸਿਰਫ ਇਹੀ ਨਹੀਂ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ, ਫਿਲਹਾਲ ਸਿਰਫ ਮੋਜ਼ਰੇਲਾ ਦਾ ਹੀ ਨਾਂ ਦੱਸਿਆ ਗਿਆ। ਉਸ ਤੋਂ ਬਾਅਦ ਇਹ ਵੀ ਦੱਸਿਆ ਕਿ ਕੁਛ ਖਾਣ ਪੀਣ ਵਾਲੇ ਜਿੱਦਾਂ ਨਸ਼ੇ ਦੇ ਪਦਾਰਥ ਹੁੰਦੇ, ਜਿੱਦਾਂ ਨਾਮ ਨਹੀਂ ਲਿਖਿਆ, ਜਿਹਨੂੰ ਅਸੀਂ ਕਹਿ ਸਕਦੇ ਕਿ ਅਲਕੋਹਲ ਵਾਲੀਆਂ ਬਣਾਈਆਂ ਹੋਈਆਂ ਚੀਜ਼ਾਂ ਵੀ ਇਹਨਾਂ ਦੇ ਵਿੱਚ ਸਨ। ਵਾਈਨ ਵੀ ਚੀਜ਼ਾਂ ਹੀ ਡੁਪਲੀਕੇਟ ਸਮਾਨ ਮਾਰਕੀਟਾਂ ਦੇ ਵਿੱਚ ਵਿਕ ਰਿਹਾ ਸੀ। 8 ਬੰਦਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ। 9000 ਕਿਲੋ 9 ਟਨ ਜਿਹੜਾ ਸਮਾਨ ਜ਼ਬਤ ਕਰ ਲਿਆ ਗਿਆ। ਤਕਰੀਬਨ 36,200 ਯੂਰੋ ਦਾ ਇਹਨਾਂ ਨੂੰ ਜੁਰਮਾਨਾ ਕੀਤਾ ਗਿਆ। ਅਤੇ ਇਹਦੇ ਨਾਲ ਇਹੀ ਨਹੀਂ, ਤਕਰੀਬਨ ਦੱਸਿਆ ਜਾ ਰਿਹਾ ਕਿ 60 ਅਤੀਵਿਤਾ, ਕਹਿਣ ਦਾ ਮਤਲਬ ਕਿ 60 ਜਿਹੜੀਆਂ ਕੰਪਨੀਆਂ, 60 ਫੈਕਟਰੀਆਂ, 60 ਦੁਕਾਨਾਂ, 60 ਸੁਪਰ ਮਾਰਕੀਟਾਂ, ਕੁਛ ਵੀ ਅਸੀਂ ਰੱਖ ਲਓ, ਇਹਨਾਂ ਦੀ ਜਿਹੜੀ ਚੈਕਿੰਗ ਕੀਤੀ ਗਈ ਹੈ, ਜਿਨ੍ਹਾਂ ਦੇ ਵਿੱਚੋਂ ਇਹ ਬੰਦੇ ਨਿਕਲੇ ਨੇ। ਇਟਲੀ ਦੇ ਵਿੱਚ ਡੁਪਲੀਕੇਟ ਮਾਲ ਇਟਲੀ ਦੇ ਵਿੱਚ ਹੀ ਤਿਆਰ ਹੋ ਕੇ ਵਿਕ ਰਿਹਾ ਜੀ। ਕੋਜ਼ੈਂਸਾ ਦੇ ਵਿੱਚ ਇਹ ਗੱਲਬਾਤ ਚੱਲੀ ਜਾ ਰਹੀ ਹੈ। ਇਟਲੀ ਦਾ ਜਿਹੜਾ ਕੋਜ਼ੈਂਸਾ, ਇਹਦੇ ਵਿੱਚ ਡੁਪਲੀਕੇਟ ਮਾਲ ਤਿਆਰ ਕੀਤਾ ਜਾ ਰਿਹਾ ਸੀਗਾ। ਨਕਲੀ ਫਰਜ਼ੀ ਉੱਤੇ ਪਰਚੀਆਂ ਲਾ ਰਹੀਆਂ ਸਨ ਕਿ ਜਿਨ੍ਹਾਂ ਉੱਤੇ ਲਿਖਿਆ, ਜਿਹੜੀਆਂ ਵੀਨੂਆਂ ਸੀਗੀਆਂ, ਵੀਨੂਆਂ ਦੇ ਉੱਤੇ ਲਿਖਿਆ ਹੁੰਦਾ ਸੀ DOP ਕਿ ਦੀ ਓਰੀਜਿਨੇ ਪ੍ਰੋਤੇਤਾ, ਜਾਂ ਫਿਰ DOCG ਦੀ ਓਰੀਜਿਨੇ ਕੰਟਰੋਲਾਤਾ। ਜਿਸ ਟਾਈਮ ਵਾਈਨ ਦੇ ਉੱਤੇ DOP ਜਾਂ DOCG ਲਿਖਿਆ ਹੁੰਦਾ, ਇਹਦਾ ਮਤਲਬ ਹੁੰਦਾ ਕਿ ਇਹ ਜਿਹੜੀ ਵਾਈਨ ਆ ਬਹੁਤ ਹੀ ਸਹੀ ਤਰੀਕੇ ਦੇ ਨਾਲ ਤਿਆਰ ਕੀਤੀ ਗਈ, ਜਿੱਦਾਂ ਬਾਲਦੋਵਿਆਦਨੇ ਵਾਲੀ ਹੋ ਗਈ, ਜਾਂ ਫਿਰ ਹੋਰ ਹੁੰਦੀਆਂ ਨੇ ਕਿ ਬਹੁਤ ਹੀ ਧਿਆਨ ਦੇ ਨਾਲ ਇਹਨਾਂ ਨੂੰ ਤਿਆਰ ਕੀਤਾ ਗਿਆ ਸੀ। ਪਰ ਇਹ ਉਹ ਸੀਗੀਆਂ, ਆਪ ਹੀ ਛਾਪਾ ਲਾਇਆ ਸੀਗਾ ਇਹਨਾਂ ਨੇ। ਸਿਰਫ ਵਾਈਨ 'ਤੇ ਨਹੀਂ, ਖਾਣ ਪੀਣ ਵਾਲੀਆਂ ਚੀਜ਼ਾਂ ਦੇ ਵਿੱਚ ਫਿਲਹਾਲ ਸਿਰਫ ਮੋਜ਼ਰੇਲਾ ਆਇਆ ਜੀ। ਪਰ ਇਸ ਤੋਂ ਬਾਅਦ ਸ਼ਾਇਦ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਕਾਫੀ ਜਿਹੜੇ ਖਾਣ ਪੀਣ ਵਾਲੀਆਂ ਚੀਜ਼ਾਂ ਬਾਹਰ ਨਿਕਲ ਸਕਦੀਆਂ ਨੇ ਜੀ। ਅਗਲੇ ਲਾਸਟ ਅਪਡੇਟ ਵੱਲ ਚੱਲਦੇ ਹਾਂ ਜੀ, ਜੋ ਕਿ ਇੱਕ ਪੁਲਿਸ ਵਾਲੇ ਦੇ ਨਾਲ ਤੁਸੀਂ ਟਿਕਟੋਕ 'ਤੇ ਦੇਖਿਆ ਹੋਣਾ ਕਿ ਕਾਫੀ ਵਾਇਰਲ ਹੋਈ ਹੈ ਜੀ। ਹੈਰਮੇਸ ਫੈਰਾਰੀ ਦੀ ਇੱਕ ਪੋਸਟ, ਜਿਸ ਵੀਡੀਓ ਦੇ ਵਿੱਚ ਪੁਲਿਸ ਵਾਲੇ ਕਹਿ ਰਹੇ ਸੀਗੇ ਕਿ ਭਾਈ ਤੁਸੀਂ ਆਪਣਾ ਜਿਹੜਾ ਮੂੰਹ 'ਤੇ ਮਾਸਕ ਲਾ ਲਓ। ਕਹਿੰਦਾ ਨਹੀਂ, ਮੈਂ ਮੂੰਹ 'ਤੇ ਮਾਸਕ ਨਹੀਂ ਲਾਣਾ। ਅਤੇ ਪੁਲਿਸ ਵਾਲੇ ਨੂੰ ਵੀ ਗੰਜਾ ਗਿਆ ਕਿ ਬਹੁਤ ਹੀ ਗਲਤ ਤਰੀਕੇ ਦੇ ਨਾਲ ਬੋਲ ਕੇ ਉਹਨਾਂ ਲੜ ਰਿਹਾ ਸੀਗਾ। ਅਤੇ ਬਾਅਦ ਵਿੱਚ ਇੱਕ ਬੰਦਾ ਕੋਲੋਂ ਲੰਘਿਆ, ਉਹਨੇ ਕਿਹਾ ਵੀ ਤੂੰ ਇਹ ਕੀ ਕਰ ਰਿਹਾ, ਉਸ ਨੂੰ ਗਾਲ ਕੱਢੀ। ਜਿੱਦਾਂ ਹੀ ਉਹਨੇ ਗਾਲ ਸੁਣੀ ਅਤੇ ਉਹਦੇ ਜਿਹੜੇ ਉਹਨੇ ਸਿਰ 'ਚ ਨੱਕ 'ਤੇ ਸਿਰ ਮਾਰ ਕੇ ਉਹਦਾ ਨੱਕ ਤੋੜਤਾ। ਪੁਲਿਸ ਵਾਲੇ ਨੂੰ ਹੁਣ ਇਸ ਨੂੰ ਗ੍ਰਿਫਤਾਰ ਕਰ ਰਿਹਾ ਜੀ। ਕੈਸ਼ਬੈਕ ਆ ਜੀ, ਤੁਹਾਨੂੰ ਸਾਰਿਆਂ ਨੂੰ ਦੱਸਿਆ ਕਿ 150 ਰੁਪਈਆ ਆਉਣ ਵਾਲਾ ਜੀ, ਅਤੇ ਤਿਆਰ ਹੋ ਜਾਓ ਜੇਕਰ ਤੁਹਾਡੀਆਂ ਟ੍ਰਾਂਜੈਕਸ਼ਨਾਂ ਜਿਹੜੀਆਂ ਪੂਰੀਆਂ ਨੇ ਜੀ। ਮੈਸੀਨਾ ਦੇ ਵਿੱਚ ਇੱਕ 69 ਸਾਲ ਦੀ ਔਰਤ ਬੱਸ ਥੱਲੇ ਆ ਕੇ ਪੂਰੀ ਹੋ ਗਈ ਜੀ। ਕਾਰਨ ਇਹ ਹੈ ਜੀ, ਬੱਸ ਆਪਣਾ ਬੈਕ ਗੇਅਰ ਪਾਇਆ ਸੀ, ਬੱਸ ਵਾਲੇ ਨੇ ਇਸ ਔਰਤ ਨੂੰ ਨਹੀਂ ਦੇਖਿਆ, ਅਤੇ ਨਾ ਦੇਖਣ ਦੇ ਕਾਰਨ ਇਹ ਜਿਹੜੀ ਤੀਵੀਂ ਸੀ ਉਹਨੂੰ ਥੱਲੇ ਦੇ ਦਿੱਤਾ ਜੀ। ਅਤੇ ਮਿਲਾਂਗੇ ਜੀ ਆਪਣੇ ਨੈਕਸਟ ਅਪਡੇਟ ਦੇ ਵਿੱਚ। ਉਹਨਾਂ ਟਾਈਮ ਤੁਸੀਂ ਸਭ ਆਪਣੇ ਘਰ ਪਰਿਵਾਰ ਦਾ ਖਿਆਲ ਰੱਖਿਓ ਜੀ। ਹੁਣ ਇੱਕ ਹੋਰ ਅਪਡੇਟ ਆਇਆ ਜੀ, ਪੈਚੈਂਸੇ ਤੋਂ ਆ ਰਿਹਾ ਜੀ। ਪੈਚੈਂਸੇ ਦੇ ਵਿੱਚ ਦੱਸਿਆ ਜਾ ਰਿਹਾ ਜਿਹੜੇ ਨਵੇਂ ਫੋਕੋਲਾਈ ਬਣੇ ਸੀ, ਤੁਹਾਨੂੰ ਦੱਸਿਆ ਸੀਗਾ ਲੋਜਿਸਟਿਕਾ ਦਾ ਸਮਾਨ ਜਿਹੜਾ ਚੱਲ ਰਿਹਾ, ਜਾਂ ਫਿਰ ਉਸ ਤੋਂ ਬਾਅਦ ਬੱਸਾਂ ਨੂੰ ਵੀ ਚੈੱਕ ਕੀਤਾ ਜਾ ਰਿਹਾ। ਸਟੋਰ ਆ ਜਿਹੜੇ ਮੈਗਜ਼ੀਨ, ਇਹਨਾਂ ਦੇ ਵਿੱਚ ਇੱਕ ਨਵਾਂ ਫੋਕੋਲਾਈ ਆਇਆ ਸੀ। ਇਹਨਾਂ ਦੇ ਵਿੱਚ IKEA ਮਾਰਕੀਟ ਦੱਸੀ ਜਾ ਰਹੀ ਆ। ਜੇਕਰ ਤੁਸੀਂ ਲਾਸਟਲੇ 10-15 ਦਿਨਾਂ ਦੇ ਵਿੱਚ ਪੈਚੈਂਸਾ ਵਾਲੇ IKEA ਦੇ ਵਿੱਚ ਘੁੰਮ ਫਿਰ ਕੇ ਆਏ ਹੋ ਤਾਂ ਸਾਵਧਾਨ ਹੋ ਜਾਓ। ਹੋ ਸਕਦਾ ਕਿ ਤੁਸੀਂ ਵੀ ਕਿਸੇ ਪੋਜ਼ੀਟਿਵ ਬੰਦੇ ਦੇ ਟੱਚ ਦੇ ਵਿੱਚ ਆਏ ਹੋਵੋਗੇ। ਆਪਣਾ ਨੂੰ ਤੁਹਾਡੇ 'ਚ ਕਿਸੇ ਵੀ ਤਰ੍ਹਾਂ ਦਾ ਸਿੰਪਟਮ ਲੱਗ ਰਿਹਾ ਤਾਂ ਤੁਸੀਂ ਆਪ ਉੱਥੇ ਜਾ ਕੇ ਆਪਣੇ ਆਪ ਨੂੰ ਚੈੱਕ ਕਰਾ ਲਓ ਜੀ। ਮਾਸਕ ਲਾਉਣੇ ਬਹੁਤ ਜ਼ਿਆਦਾ ਜ਼ਰੂਰੀ ਹੈ, ਹੱਥ ਲਗਾਤਾਰ ਧੋਣੇ ਬਹੁਤ ਹੀ ਜ਼ਿਆਦਾ ਜ਼ਰੂਰੀ ਨੇ। ਜੇਕਰ ਕਿਸੇ ਪਾਸੇ ਮਾਰਕੀਟ ਦੇ ਵਿੱਚ ਜੈਲ ਨਾ ਹੋਏ ਤਾਂ ਫਿਰ ਉਸ ਜੈਲ ਨੂੰ ਜਿਹੜਾ ਉਹਨੂੰ ਜਾ ਕੇ ਦੱਸੋ ਕਿ ਜੈਲ ਲਾਉਣੀ ਬਹੁਤ ਜ਼ਰੂਰੀ ਹੈ ਜੀ। ਇੱਥੇ ਤੱਕ ਕਿ ਜਿਹੜੇ ਇਹ IKEA ਦੇ ਵਿੱਚ ਸਟੋਰ ਦੇ ਵਿੱਚ ਕੰਮ ਕਰ ਰਹੇ ਸੀ, ਦੱਸਿਆ ਜਾ ਰਿਹਾ ਕਿ ਉਹਨਾਂ ਨੂੰ ਨਾ ਹੀ ਜੈਲ ਦਿੱਤੀ ਜਾ ਰਹੀ ਸੀ, ਨਾ ਹੀ ਮਾਸਕ ਦਿੱਤੇ ਜਾ ਰਹੇ ਸੀ। ਕਹਿ ਰਹੇ ਸੀ ਕਿ ਬਹੁਤ ਘੱਟ ਆ। ਇੱਥੇ ਤੱਕ ਕਿ ਉਹਨਾਂ ਨੂੰ ਮਹੀਨੇ ਦਾ 500-500 ਰੁਪਈਆ ਵੀ ਦਿੱਤਾ ਜਾ ਰਿਹਾ ਸੀ। ਕਹਿਣ ਦਾ ਮਤਲਬ ਕਿ
ਉਹਨਾਂ ਦੇ ਪੈਸੇ ਕੱਟੇ ਜਾ ਰਹੇ ਸੀਗੇ। ਜੇਕਰ ਕੋਈ ਪ੍ਰੋਬਲਮ ਹੋ ਜਾਂਦੀ ਹੈ ਉਹਨਾਂ ਨੂੰ ਕਈ ਵਾਰ 500 ਰੁਪਈਆ ਮਹੀਨੇ 'ਤੇ ਵੀ ਕੰਮ ਕਰਨਾ ਪਿਆ ਜੀ। ਮਿਲਦੇ ਆ ਜੀ ਨੈਕਸਟ ਅਪਡੇਟ ਦੇ ਵਿੱਚ। ਆਪਣਾ ਆਪਣੇ ਘਰ ਪਰਿਵਾਰ ਦਾ ਖਿਆਲ ਰੱਖਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।